ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਐਪੀਸੋਡ ਵਿੱਚ ਅਸੀਂ ਸੁਣਾਂਗੇ ਸਾਖੀ ਬੀਬੀ ਬਸੰਤ ਲਤਾ ਜੀ ਦੀ। ਸ਼੍ਰੀ ਕਲਗੀਧਰ ਪਿਤਾ ਜੀ ਦੀ ਮਹਿਮਾ ਅਪਾਰ ਹੈ। ਸ੍ਰੀ ਅਨੰਦਪੁਰ ਵਿੱਚ ਚੋਜੀ ਪ੍ਰੀਤਮ ਨੇ ਬੜੇ ਚੋਜ ਕੀਤੇ ਸਨ। ਅੰਮ੍ਰਿਤ ਤਿਆਰ ਕਰਕੇ ਗਿੱਦੜਾਂ ਨੂੰ ਸ਼ੇਰ ਬਣਾ ਦਿੱਤਾ। ਧਰਮ ਅਣਖ ਸਿਦਕ ਦੇਸ਼ ਭਗਤੀ ਤੇ ਰੱਬੀ ਪਿਆਰ ਦੀ ਨਵੀਂ ਜੋਤ ਜਗਾਈ। ਸਦੀਆਂ ਤੋਂ ਗੁਲਾਮ ਰਹਿਣ ਕਰਕੇ ਭਾਰਤ ਦੀ ਨਾਰੀ ਨਿਰਬਲ ਹੋ ਕੇ ਸੱਚ ਹੀ ਮਰਦ ਦੀ ਗੁਲਾਮ ਬਣ ਗਈ ਤੇ ਮਰਦ ਕੋਲੋਂ ਬਹੁਤ ਡਰਨ ਲੱਗੀ। ਸਤਿਗੁਰੂ ਨਾਨਕ ਦੇਵ ਜੀ ਨੇ ਜਿਵੇਂ ਇਸਤਰੀ ਜਾਤੀ ਨੂੰ ਸਮਾਨਤਾ ਤੇ ਸਤਿਕਾਰ ਦੇਣ ਦਾ ਹੋਕਾ ਦਿੱਤਾ ਸੀ, ਤਿਵੇਂ ਸਤਿਗੁਰੂ ਜੀ ਨੇ ਇਸਤਰੀ ਨੂੰ ਬਲਵਾਨ ਬਣਾਉਣ ਬਦਲੇ ਅੰਮ੍ਰਿਤ ਛਕਣ ਦਾ ਹੁਕਮ ਦਿੱਤਾ। ਅੰਮ੍ਰਿਤ ਛਕ ਕੇ ਇਸਤਰੀਆਂ ਸਿੰਘਣੀਆਂ ਬਣਨ ਲੱਗੀਆਂ ਤੇ ਉਹ ਆਪਣੇ ਧਰਮ ਦੀ ਰੱਖਿਆ ਆਪ ਕਰਨ ਲੱਗੀਆਂ। ਉਹਨਾਂ ਨੂੰ ਪੂਰਨ ਗਿਆਨ ਹੋ ਗਿਆ ਕਿ ਧਰਮ ਕੀ ਚੀਜ਼ ਹੈ। ਅਧਰਮੀ ਪੁਰਸ਼ ਕਿਵੇਂ ਨਾਰੀ ਨੂੰ ਧੋਖਾ ਦਿੰਦੇ ਹਨ, ਸਿਦਕ ਦੇ ਬੇੜੇ ਪਾਰ ਹੁੰਦੇ ਹਨ। ਐਸੀਆਂ ਸਿਦਕਵਾਨ ਬੀਬੀਆਂ ਵਿੱਚੋਂ ਇੱਕ ਬੀਬੀ ਬਸੰਤ ਲਤਾ ਸੀ। ਉਹ ਸਤਿਗੁਰੂ ਜੀ ਦੇ ਮਹਿਲ ਸ਼੍ਰੀ ਮਾਤਾ ਸਾਹਿਬ ਕੌਰ ਜੀ ਪਾਸ ਰਹਿੰਦੀ ਤੇ ਟਹਿਲ ਕਰਿਆ ਕਰਦੀ ਸੀ। ਨਾਮ ਬਾਣੀ ਦਾ ਸਿਮਰਨ ਕਰਨ ਦੇ ਨਾਲ ਉਹ ਬਹੁਤ ਦਲੇਰ ਤੇ ਨਿਡਰ ਸੀ। ਉਸਨੇ ਸ਼ਾਦੀ ਨਹੀਂ ਸੀ ਕੀਤੀ, ਇਸਤਰੀ ਧਰਮ ਨੂੰ ਸੰਭਾਲ ਕੇ ਰੱਖਿਆ ਸੀ। ਉਸ ਦਾ ਦਿਲ ਬੜਾ ਮਜ਼ਬੂਤ ਤੇ ਸ਼ਰਧਾਲੂ ਸੀ। ਬੀਬੀ ਬਸੰਤ ਲਤਾ ਰਾਤ ਦਿਨੇ ਮਾਤਾ ਸਾਹਿਬ ਕੌਰ ਜੀ ਦੀ ਸੇਵਾ ਵਿੱਚ ਰਿਹਾ ਕਰਦੀ ਸੀ। ਸੇਵਾ ਕਰਕੇ ਜੀਵਨ ਬਤੀਤ ਕਰਨ ਵਿੱਚ ਖੁਸ਼ੀ ਅਨੁਭਵ ਕਰਦੀ ਸੀ। ਮਾਤਾ ਸਾਹਿਬ ਕੌਰ ਜੀ ਕੋਲ ਸੇਵਾ ਕਰਦਿਆਂ ਹੋਇਆ ਬਸੰਤ ਲਤਾ ਦੀ ਉਮਰ 16 ਸਾਲ ਹੋ ਗਈ। ਜਵਾਨ ਹੋਈ ਦੇਖ ਕੇ ਮਾਪੇ ਵਿਆਹ ਕਰਨਾ ਚਾਹੁੰਦੇ ਸਨ, ਪਰ ਉਸਨੇ ਨਾ ਕਰ ਦਿੱਤੀ। ਕੁਝ ਉੱਪਰੋਂ ਹੋਰ ਹੀ ਭਾਣੇ ਅਕਾਲ ਪੁਰਖ ਨੇ ਵਰਤਾ ਦਿੱਤੇ। ਸ੍ਰੀ ਅਨੰਦਪੁਰ ਉੱਤੇ ਪਹਾੜੀ ਰਾਜਿਆਂ ਤੇ ਮੁਗਲ ਦੀਆਂ ਫੌਜਾਂ ਨੇ ਚੜ੍ਹਾਈ ਕਰ ਦਿੱਤੀ। ਲੜਾਈਆਂ ਸ਼ੁਰੂ ਹੋਣ ਤੇ ਸਾਰੇ ਖੁਸ਼ੀ ਦੇ ਸਮਾਗਮ ਰੁਕ ਗਏ ਤੇ ਸਾਰੇ ਸਿੱਖ ਤਨ ਮਨ ਤੇ ਧਨ ਨਾਲ ਨਗਰ ਦੀ ਰਾਖੀ ਤੇ ਗੁਰੂ ਘਰ ਦੀ ਸੇਵਾ ਵਿੱਚ ਲੱਗ ਗਏ। ਬਸੰਤ ਲਤਾ ਨੇ ਮਰਦਾਂ ਵਾਂਗ ਸ਼ਸਤਰ ਪਹਿਨ ਲਏ ਤੇ ਮਾਤਾ ਸਾਹਿਬ ਕੌਰ ਜੀ ਦੇ ਮਹਿਲ ਵਿੱਚ ਰਹਿਣ ਲੱਗੇ। ਉਹ ਪਹਿਰਾ ਦਿੰਦੇ, ਉਧਰ ਸਿੰਘ ਸੂਰਮੇ ਵੈਰੀਆਂ ਨਾਲ ਲੜਦੇ ਸ਼ਹੀਦ ਹੁੰਦੇ। ਬਸੰਤ ਲਤਾ ਦਾ ਬਾਪ ਵੀ ਲੜਦਾ ਹੋਇਆ ਸ਼ਹੀਦ ਹੋ ਗਿਆ। ਇਸ ਤਰ੍ਹਾਂ ਲੜਾਈ ਦੇ ਹਨੇਰੇ ਨੇ ਸਭ ਮੰਗਲਾਚਾਰ ਪਾਸੇ ਕੀਤੇ। ਬਸੰਤ ਲਤਾ ਕੁਆਰੀ ਦੀ ਕੁਆਰੀ ਰਹੀ। ਜਿਵੇਂ ਦਿਨ ਵਿੱਚ ਰਾਤ ਆ ਜਾਂਦੀ ਹੈ, ਝੱਖੜ ਝੋਲੇ ਸ਼ੁਰੂ ਹੋ ਜਾਂਦੇ ਹਨ, ਤਿਵੇਂ ਸਤਿਗੁਰੂ ਜੀ ਦੇ ਸਿੱਖ ਸੰਗਤ ਨੂੰ ਸ੍ਰੀ ਅਨੰਦਪੁਰ ਛੱਡਣਾ ਪਿਆ। ਹਾਲਾਤ ਐਸੇ ਹੋ ਗਏ ਕਿ ਹੋਰ ਟਿਕਣਾ ਔਖਾ ਸੀ। ਕੁਝ ਰਾਜਿਆਂ ਤੇ ਮੁਗਲ ਸੈਨਾਪਤੀਆਂ ਨੇ ਧੋਖਾ ਕੀਤਾ। ਉਹਨਾਂ ਨੇ ਕੁਰਾਨ ਤੇ ਗਊ ਦੀ ਕਸਮ ਖਾਧੀ ਪਰ ਮੁਕਰ ਗਏ। ਭਾਣੇ ਐਸੇ ਵਰਤਣੇ ਸਨ। ਸਿਆਲ ਦੀ ਰਾਤ ਵੀ ਹਨੇਰੀ। ਉਸ ਵੇਲੇ ਸਤਿਗੁਰੂ ਜੀ ਨੇ ਕਿਲ੍ਹਾ ਖਾਲੀ ਕਰਨ ਦਾ ਹੁਕਮ ਕਰ ਦਿੱਤਾ। ਸਭ ਨੇ ਘਰ ਤੇ ਘਰ ਦਾ ਭਾਰੀ ਸਮਾਨ ਛੱਡਿਆ। ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਵੀ ਤਿਆਰ ਹੋਏ। ਉਹਨਾਂ ਦੇ ਨਾਲ ਹੀ ਤਿਆਰ ਹੋਏ ਸਭ ਟਹਿਲੀਏ। ਕੋਈ ਪਿੱਛੇ ਰਹਿ ਕੇ ਦੁਸ਼ਮਣਾਂ ਦੇ ਰਹਿਮ ਉੱਤੇ ਨਹੀਂ ਸੀ ਰਹਿਣਾ ਚਾਹੁੰਦਾ। ਆਪਣੇ ਸਤਿਗੁਰੂ ਦੇ ਚਰਨਾਂ ਤੋਂ ਘੋਲ ਘੁਮਾਈ ਜਾਂਦੇ ਸਨ। ਬਸੰਤ ਲਤਾ ਜੀ ਵੀ ਮਾਤਾ ਸਾਹਿਬ ਕੌਰ ਜੀ ਦੇ ਨਾਲ ਚੱਲਦੇ ਗਏ। ਆਪਣੇ ਵੀਰ ਸਿੰਘਾਂ ਵਾਂਗ ਸ਼ਸਤਰ ਧਾਰਨ ਕੀਤੇ ਸਨ। ਚੰਡੀ ਵਾਂਗ ਹੌਸਲਾ ਸੀ। ਉਹ ਰਾਤ ਦੇ ਹਨੇਰੇ ਵਿੱਚ ਤੁਰੀ ਗਈ। ਕਾਫਲਾ ਤੁਰਿਆ ਗਿਆ, ਪਰ ਜਦੋਂ ਹਨੇਰੇ ਵਿੱਚ ਸਿੱਖ ਸੰਗਤ ਵਹੀਰ ਦੇ ਰੂਪ ਵਿੱਚ ਦੂਰ ਨਿਕਲੀ ਤਾਂ ਵੈਰੀਆਂ ਨੇ ਸਾਰੇ ਪ੍ਰਣ ਭੁਲਾ ਦਿੱਤੇ ਤੇ ਉਹਨਾਂ ਨੇ ਸਿੱਖ ਸੰਗਤ ਉੱਤੇ ਹਮਲਾ ਕਰ ਦਿੱਤਾ। ਰਾਹ ਵਿੱਚ ਲੜਾਈਆਂ ਸ਼ੁਰੂ ਹੋ ਗਈਆਂ ਤੇ ਲੜਦੇ ਸਿੱਖ ਸਰਸਾ ਦੇ ਕਿਨਾਰੇ ਪੁੱਜ ਗਏ। ਵਾਹਿਗੁਰੂ ਨੇ ਕੀ ਭਾਣਾ ਵਰਤਾਉਣਾ ਹੈ, ਇਹ ਕਿਸੇ ਨੂੰ ਨਹੀਂ ਪਤਾ। ਉਸ ਦੇ ਰੰਗਾਂ ਕੌਤਕਾਂ ਭਾਣਿਆਂ ਨੂੰ ਉਹ ਹੀ ਜਾਣਦਾ ਹੈ, ਹੋਰ ਕੋਈ ਨਹੀਂ ਜਾਣ ਸਕਦਾ। ਉਸੇ ਸਿਆਲ ਦੀ ਪੋਹ ਮਹੀਨੇ ਦੀ ਰਾਤ ਵਿੱਚ ਹਨੇਰੀ ਤੇ ਬੱਦਲ ਆ ਗਿਆ। ਬੱਦਲ ਬਹੁਤ ਜ਼ੋਰ ਦਾ ਸੀ। ਹਨੇਰੀ ਨੇ ਰਾਹੀਆਂ ਨੂੰ ਰਾਹ ਭੁਲਾ ਦਿੱਤੇ। ਉਧਰ ਵੈਰੀ ਨੇ ਲੜਾਈ ਛੇੜ ਦਿੱਤੀ, ਸਿਰਫ ਬਹੁਮੁੱਲਾ ਸਮਾਨ ਲੁੱਟਣ ਵਾਸਤੇ। ਐਸੇ ਭਿਆਨਕ ਸਮੇਂ ਸਤਿਗੁਰੂ ਜੀ ਦੇ ਸਿੱਖਾਂ ਨੇ ਸਿਦਕ ਨਾ ਛੱਡਿਆ ਤੇ ਸਰਸਾਂ ਵਿੱਚ ਛਾਲਾਂ ਮਾਰ ਦਿੱਤੀਆਂ। ਪਾਰ ਹੋਣ ਦਾ ਯਤਨ ਕੀਤਾ। ਬਿਜਲੀ ਲਿਸ਼ਕਦੀ, ਮੀਂਹ ਪੈਂਦੇ ਤੇ ਸਰਸਾ ਦੇ ਭਿਆਨਕ ਰੋੜ ਦਾ ਮੁਕਾਬਲਾ ਕਰਦੇ ਹੋਏ ਸਿੰਘ ਤੇ ਸਿੰਘਣੀਆਂ ਅੱਗੇ ਨੂੰ ਜਾਣ ਲੱਗੇ। ਬਸੰਤ ਲਤਾ ਨੇ ਕਮਰ ਕਸਾ ਕੀਤਾ ਹੋਇਆ ਤੇ ਨੰਗੀ ਤਲਵਾਰ ਹੱਥ ਵਿੱਚ ਸੀ। ਉਸਨੇ ਪੂਰੀ ਹਿੰਮਤ ਕੀਤੀ ਕਿ ਮਾਤਾ ਸਾਹਿਬ ਕੌਰ ਜੀ ਦੀ ਪਾਲਕੀ ਨਾਲ ਰਹੇ, ਪਰ ਬਲਵਾਨ ਪਾਣੀ ਦੇ ਵਹਿਣ ਨੇ ਵਿਛੋੜ ਦਿੱਤਾ। ਉਹਨਾਂ ਨਾਲੋਂ ਰੁੜ ਕੇ ਵੱਖ ਹੋ ਗਈ ਤੇ ਹਨੇਰੇ ਵਿੱਚ ਪਤਾ ਨਾ ਲੱਗਾ ਕਿੱਧਰ ਨੂੰ ਜਾ ਰਹੀ ਸੀ। ਪਿੱਛੇ ਦੁਸ਼ਮਣ ਲੱਗਾ ਸੀ। ਨਦੀ ਤੋਂ ਪਾਰ ਹੋਈ ਤਾਂ ਇਕੱਲੀ ਦੁਸ਼ਮਣਾਂ ਦੇ ਹੱਥ ਆ ਗਈ। ਦੁਸ਼ਮਣ ਉਸ ਨੂੰ ਫੜ ਕੇ ਖਾਨ ਸਮੁੰਦ ਖਾਨ ਦੇ ਕੋਲ ਲੈ ਗਏ। ਉਹਨਾਂ ਨੇ ਜਵਾਨ ਤੇ ਸੁੰਦਰ ਦੇਖ ਕੇ ਅੱਗ ਸਿਕਾਈ ਤੇ ਬਸੰਤ ਲਤਾ ਨੂੰ ਹੋਸ਼ ਵਿੱਚ ਲਿਆਉਂਦਾ। ਦੁਸ਼ਮਣਾਂ ਦੀ ਨੀਅਤ ਚੰਗੀ ਨਹੀਂ ਸੀ। ਉਹ ਤਾਂ ਉਸ ਨੂੰ ਮਾੜੀ ਨਿਗਾਹ ਨਾਲ ਦੇਖਣ ਲੱਗੇ। ਸਮੁੰਦ ਖਾਨ ਇੱਕ ਛੋਟੇ ਕਸਬੇ ਦਾ ਹਾਕਮ ਸੀ। ਉਹ ਪੁੱਜ ਕੇ ਬਦ ਚੱਲਣ ਸੀ। ਕਿਸੇ ਕੋਲੋਂ ਨਾ ਡਰਦਾ ਤੇ ਮਨਾਹੀਆਂ ਕਰਦਾ। ਉਹ ਬਸੰਤ ਲਤਾ ਨੂੰ ਆਪਣੇ ਨਾਲ ਆਪਣੇ ਕਿਲੇ ਵਿੱਚ ਲੈ ਗਿਆ। ਬਸੰਤ ਲਤਾ ਦੀ ਸੂਰਤ ਐਸੀ ਸੀ ਜੋ ਝੱਲੀ ਨਹੀਂ ਸੀ ਜਾਂਦੀ। ਉਸ ਦੇ ਚਿਹਰੇ ਤੇ ਲਾਲੀਆਂ ਪੱਕਦੀਆਂ ਸਨ। ਸਮੁੰਦ ਖਾਨ ਨੂੰ ਇਹ ਵੀ ਭੁਲੇਖਾ ਸੀ ਕਿ ਸ਼ਾਇਦ ਬਸੰਤ ਲਤਾ ਗੁਰੂ ਜੀ ਦੇ ਮਹਿਲਾਂ ਵਿੱਚੋਂ ਇੱਕ ਸੀ। ਜਿਵੇਂ ਕਿ ਮੁਗਲ ਹਾਕਮਾਂ ਤੇ ਰਾਜੇ ਅਨੇਕਾਂ ਦਾਸੀਆਂ ਬੇਗਮਾਂ ਵਾਧੂ ਰੱਖਦੇ ਸਨ, ਉਸਨੇ ਬਸੰਤ ਲਤਾ ਨੂੰ ਆਖਿਆ, ਇਸ ਦਾ ਮਤਲਬ ਹੋਇਆ ਕਿ ਤੂੰ ਪੀਰ ਗੋਬਿੰਦ ਸਿੰਘ ਦੀ ਪਤਨੀ ਨਹੀਂ। ਬਸੰਤ ਲਤਾ, ਨਹੀਂ, ਮੈਂ ਇੱਕ ਦਾਸੀ ਹਾਂ, ਸੇਵਾ ਕਰਦੀ ਰਹੀ ਹਾਂ ਮਾਤਾ ਸਾਹਿਬ ਕੌਰ ਜੀ ਦੀ। ਸਮੁੰਦ ਖਾਂ, ਇਸ ਦਾ ਮਤਲਬ ਇਹ ਹੋਇਆ ਕਿ ਸਵਰਗ ਦੀ ਹੂਰ ਅਜੇ ਕੁਆਰੀ ਹੈ, ਕਿਸੇ ਮਰਦ ਦੇ ਲੜ ਨਹੀਂ ਲੱਗੀ। ਬਸੰਤ ਲਤਾ, ਮੈਂ ਪ੍ਰਤੱਗਿਆ ਕੀਤੀ ਹੈ ਕੁਆਰੀ ਰਹਿਣ ਤੇ ਮਰਨ ਦੀ। ਮੈਂ ਸ਼ਾਦੀ ਨਹੀਂ ਕਰਾਉਣੀ ਤੇ ਨਾ ਕਿਸੇ ਮਰਦ ਦੀ ਸੇਵਕ ਬਣਨਾ ਹੈ। ਮੇਰਾ ਸਤਿਗੁਰੂ ਮੇਰੀ ਸਹਾਇਤਾ ਕਰੇਗਾ।
ਮੇਰੇ ਧਰਮ ਨੂੰ ਅਟੱਲ ਰੱਖੇਗਾ, ਜੀਵਨ ਭਰ ਪ੍ਰਤਿਗਿਆ ਦਾ ਪਾਲਣ ਕਰਾਂਗੀ। ਸਮੁੰਦ ਖਾਂ, ਐਸੀ ਪ੍ਰਤਿਗਿਆ ਔਰਤ ਨੂੰ ਕਦੀ ਨਹੀਂ ਕਰਨੀ ਚਾਹੀਏ। ਦੂਸਰਾ, ਤੇਰਾ ਗੁਰੂ ਤਾਂ ਮਾਰਿਆ ਗਿਆ, ਉਸ ਦੇ ਪੁੱਤਰ ਮਾਰੇ ਗਏ, ਕੋਈ ਸ਼ਕਤੀ ਨਹੀਂ ਰਹੀ, ਕੌਣ ਤੇਰੀ ਮਦਦ ਕਰੇਗਾ? ਬਸੰਤ ਲਤਾ, ਇਹ ਝੂਠ ਹੈ, ਗੁਰੂ ਮਹਾਰਾਜ ਜੀ ਨਹੀਂ ਮਾਰੇ ਜਾ ਸਕਦੇ। ਉਹ ਤਾਂ ਹਰ ਥਾਂ ਆਪਣੇ ਸਿੱਖ ਦੀ ਸਹਾਇਤਾ ਕਰਦੇ ਹਨ। ਉਹ ਤਾਂ ਘੱਟ ਦੀ ਜਾਣਨ ਹਾਰ ਦੁਖੀਆਂ ਦੀ ਸਾਰ ਲੈਂਦੇ ਹਨ। ਉਹਨਾਂ ਨੂੰ ਕੌਣ ਮਾਰਨ ਵਾਲਾ ਹੈ? ਉਹ ਤਾਂ ਆਪ ਅਕਾਲ ਪੁਰਖ ਹਨ, ਤੂੰ ਝੂਠ ਬੋਲਦਾ ਹੈ, ਉਹ ਕੋਈ ਨਹੀਂ ਮਰੇ। ਸਮੁੰਦ ਖਾਂ, ਹੱਠ ਨਾ ਕਰ, ਸੁਣ, ਮੈਂ ਤੈਨੂੰ ਬੇਗਮ ਬਣਾ ਕੇ ਰੱਖਾਂਗਾ, ਜੋ ਦੁਨੀਆ ਦੇ ਸੁੱਖ ਹਨ ਦਿਆਂਗਾ। ਤੇਰੇ ਰੂਪ ਉੱਤੇ ਮੈਨੂੰ ਤਰਸ ਆਉਂਦਾ ਹੈ, ਮੇਰੇ ਆਖੇ ਲੱਗ, ਹੱਠ ਨਾ ਕਰ, ਤੇਰੇ ਵਰਗੀ ਸੁੰਦਰੀ ਤਾਂ ਮੁਗਲ ਹਰਮਾਂ ਵਿੱਚ ਹੀ ਸ਼ੋਭਾ ਦਿੰਦੀ ਹੈ, ਮੇਰੀ ਗੱਲ ਮੰਨ ਜਾ। ਬਸੰਤ ਲਤਾ, ਨਹੀਂ, ਮੈਂ ਭੁੱਖੀ ਮਰ ਜਾਵਾਂਗੀ, ਪੁਰਜਾ ਕੱਟ ਦਿਓ, ਜੋ ਪ੍ਰਤਿਗਿਆ ਕੀਤੀ ਹੈ ਉਹ ਨਹੀਂ ਛੱਡਾਂਗੀ। ਧਰਮ ਜਾਨ ਨਾਲੋਂ ਪਿਆਰਾ ਹੈ। ਸਤਿਗੁਰੂ ਜੀ ਨੂੰ ਕੀ ਮੂੰਹ ਦਿਖਾਵਾਂਗੀ ਜੇ ਮੈਂ ਇਹ ਪ੍ਰਤਿਗਿਆ ਨੂੰ ਤੋੜ ਦਿਆ ਤਾਂ। ਅਗਲੀ ਕਹਾਣੀ ਅਗਲੇ ਐਪੀਸੋਡ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।